मैं ਚਰਨਪ੍ਰੀਤ ਸਿੰਘ BM ਮੈਥਸ ਬਲਾਕ ਬਟਾਲਾ 2 ਡਿਸਟ੍ਰਿਕਟ ਗੁਰਦਾਸਪੁਰ ਸਮੂਹ ਵਿਦਿਆਰਥੀਆਂ ਦਾ ਇਸ ਆਨਲਾਈਨ ਕਲਾਸ ਦੇ ਵਿੱਚ ਸਵਾਗਤ ਕਰਦਾ ਹਾਂ। ਪਿਆਰੇ ਵਿਦਿਆਰਥੀਓ, ਅਸੀਂ ਅੱਜ ਇਸ ਅਸਾਈਨਮੈਂਟ ਵਿੱਚ ਸੈਂਟਰਲ ਟੈਂਡੈਂਸੀ ਭਾਵ ਕਿ ਕੇਂਦਰੀ ਪ੍ਰਵਿਰਤੀ ਮਾਪਣ ਦੀ ਇੱਕ ਇਕਾਈ ਦਾ ਜ਼ਿਕਰ ਕਰਾਂਗੇ, ਜਿਸ ਨੂੰ ਕਿ ਅਸੀਂ ਮੱਧਿਕਾ ਕਹਿੰਦੇ ਹਾਂ। ਮੱਧਿਕਾ ਜਾਂ ਮੀਡੀਅਨ, ਜਿਸ ਤਰ੍ਹਾਂ ਕਿ ਅਸੀਂ ਪਿਛਲੀਆਂ ਜਮਾਤਾਂ ਵਿੱਚ ਪੜ੍ਹ ਚੁੱਕੇ ਹਾਂ, ਮੱਧਿਕਾ ਕੇਂਦਰੀ ਪ੍ਰਵਿਰਤੀ ਦਾ ਇਹੋ ਜਿਹਾ ਪੈਮਾਨਾ ਹੈ ਜੋ ਕਿ ਅੰਕੜਿਆਂ ਵਿੱਚ ਸਭ ਤੋਂ ਮਿਡਲ ਵਾਲਾ ਮੁੱਲ ਜਾਂ ਵਿਚਕਾਰਲਾ ਮੁੱਲ ਹੁੰਦਾ ਹੈ। ਬੱਚਿਓ, ਤੁਸੀਂ ਪਿਛਲੀਆਂ ਜਮਾਤਾਂ ਵਿੱਚ ਅਨਗਰੁੱਪਡ ਡਾਟਾ ਦੀ ਅਵਰਗੀਕ੍ਰਿਤ ਅੰਕੜਿਆਂ ਦੀ ਮੱਧਿਕਾ ਪਤਾ ਕਰਨ ਦਾ ਤਰੀਕਾ ਸਿੱਖਿਆ ਸੀ। ਬੱਚਿਓ, ਅਸੀਂ ਕੀ ਕਰੀਦਾ ਸੀ, ਸਾਡੇ ਕੋਲ ਮੰਨ ਲਓ 7 ਆਬਜ਼ਰਵੇਸ਼ਨਸ ਆ, 7 ਪ੍रेक्षण ਆ। 7 ਪ੍रेक्षणਸ ਨੂੰ ਅਸੀਂ ਕੀ ਕਰਦੇ ਸਾਂ, ਸਾਰਿਆਂ ਨੂੰ ਵਾਧੇ ਕ੍ਰਮ ਵਿੱਚ ਲਾ ਲਈਦੀ ਸੀ। ਉਹ 7 ਦੇ 7 ਪ੍रेक्षण, ਉਹਨਾਂ ਵਿੱਚੋਂ ਜਿਹੜੀ ਮਿਡਲ ਦੇ ਵਿੱਚ ਪ੍रेक्षण ਦੀ ਵੈਲਿਊ ਆਉਂਦੀ ਸੀ ਉਸ ਨੂੰ ਅਸੀਂ ਮੱਧਿਕਾ ਜਾਂ ਮੀਡੀਅਨ ਦਾ ਨਾਂ ਦੇ ਦਿੰਦੇ ਸਾਂ। ਅਤੇ ਜੇਕਰ ਪ੍रेक्षणाਂ ਦੀ ਸੰਖਿਆ ਈਵਨ ਹੋਵੇ, ਭਾਵ ਕਿ ਜਿਸਤ ਹੋਵੇ, ਤਾਂ ਅਸੀਂ ਕੀ ਕਰੀਦਾ ਸੀ, ਮੰਨ ਲਓ ਸਾਡੇ ਕੋਲ 8 ਪ੍रेक्षण ਹਨ। ਹੁਣ ਇਹਦੇ ਵਿੱਚ ਮਿਡਲ ਵਿੱਚ 2 ਵੈਲਿਊ ਆ ਗਈਆਂ। ਅਸੀਂ ਬੇਟਾ ਕੀ ਕਰਨਾ ਹੈ, 8 ਦਾ ਹਾਫ ਕਰਨਾ ਹੈ, ਉਹ ਆਏਗਾ 4। ਚੌਥੀ ਅਤੇ ਪੰਜਵੀਂ, ਇਹ 2 ਪ੍रेक्षणाਂ ਦਾ ਮੀਨ ਲੈ ਲੈਣਾ ਹੈ, 2 ਪ੍रेक्षणाਂ ਦੀ ਐਵਰੇਜ ਲੈ ਲੈਣੀ ਹੈ। ਉਹਨਾਂ ਦੀ ਐਵਰੇਜ ਕੱਢਣ ਤੋਂ ਬਾਅਦ ਜਿਹੜਾ ਮੁੱਲ ਆਏਗਾ ਉਹ ਸਾਡੇ ਕੋਲ ਉਹ ਜਿਸਤ ਸੰਖਿਆਵਾਂ ਦੀ ਮੱਧਿਕਾ ਭਾਵ ਕਿ ਮੀਡੀਅਨ ਹੋਵੇਗਾ। ਜਿਸ ਤਰ੍ਹਾਂ ਅਸੀਂ ਇੱਥੇ ਇਸ ਦੀ ਡੈਫੀਨੇਸ਼ਨ ਵੀ ਲਿਖੀ ਹੈ, ਅਵਰਗੀਕ੍ਰਿਤ ਅੰਕੜਿਆਂ ਦੀ ਮੱਧਿਕਾ। ਬੱਚਿਓ, ਕਿਸ ਤਰ੍ਹਾਂ ਫਾਈਂਡ ਕਰੀਦੀ ਹੈ ਅਵਰਗੀਕ੍ਰਿਤ ਅੰਕੜਿਆਂ ਦੀ ਮੱਧਿਕਾ? ਇਹ ਪਤਾ ਕਰਨ ਲਈ ਅਸੀਂ ਸਭ ਤੋਂ ਪਹਿਲਾਂ ਅੰਕੜਿਆਂ ਨੂੰ ਵਾਧੇ ਕ੍ਰਮ ਵਿੱਚ ਲਾ ਲੈਣੇ ਹਾਂ। ਸਭ ਤੋਂ ਪਹਿਲਾਂ ਅੰਕੜਿਆਂ ਨੂੰ ਵਾਧੇ ਕ੍ਰਮ 'ਚ ਬੇਟਾ ਲਾ ਲੈਣਾ ਵਾ, ਅਤੇ n ਅੰਕੜਿਆਂ ਦਾ ਜੋੜ, ਜਿਹੜਾ n ਬੇਟਾ ਅੰਕੜਿਆਂ ਦਾ ਜੋੜ ਜੇ ਇੱਕ ਟਾਂਕ ਸੰਖਿਆ ਹੋਵੇ ਤਾਂ n + 1/2 ਭਾਵ ਕਿ ਜੇ 7 ਆ, ਟੋਟਲ ਸੰਖਿਆਵਾਂ ਦੀ ਗਿਣਤੀ, ਟੋਟਲ ਅੰਕੜਿਆਂ ਦੀ ਗਿਣਤੀ, ਆਬਜ਼ਰਵੇਸ਼ਨ ਦੀ ਗਿਣਤੀ 7 ਆ, ਅਤੇ 7 + 1/2 ਭਾਵ ਕਿ ਚੌਥੀ ਸੰਖਿਆ ਜਿਹੜੀ ਹੋਏਗੀ ਵਾਧੇ ਕ੍ਰਮ ਵਿੱਚ ਲਾਉਣ ਤੋਂ ਬਾਅਦ ਉਹ ਮੱਧਿਕਾ ਹੋਵੇਗੀ। ਇਸੇ ਤਰ੍ਹਾਂ ਜੇਕਰ ਅੰਕੜਿਆਂ ਦਾ ਜੋੜ ਇੱਕ ਜਿਸਤ ਸੰਖਿਆ ਹੋਵੇ ਤਾਂ ਮੱਧਿਕਾ ਬੇਟਾ ਕੀ ਹੋਏਗੀ, n/2 ਭਾਵ ਕਿ ਜੇ 8 ਆਉਂਦਾ ਵਾ ਟੋਟਲ ਪ੍रेक्षणाਂ ਦੀ ਸੰਖਿਆ, 8/2 4, ਅਤੇ 8/2 + 1 ਭਾਵ ਕਿ n/2 + 1 ਪੰਜਵੀਂ। ਚੌਥੀ ਅਤੇ ਪੰਜਵੀਂ ਸੰਖਿਆ ਦੀ ਔਸਤ ਬੇਟਾ ਜਿਹੜੀ ਹੋਏਗੀ ਉਹ ਸਾਡੇ ਕੋਲ ਮੱਧਿਕਾ ਆ ਜਾਵੇਗੀ। ਇਸ ਤਰ੍ਹਾਂ ਅਸੀਂ ਅਨਗਰੁੱਪਡ ਡੇਟਾ ਦੀ ਮੱਧਿਕਾ ਬੜੇ ਹੀ ਸਹਿਜੇ ਤਰੀਕੇ ਫਾਈਂਡ ਕਰ ਸਕਦੇ ਹਾਂ। ਪਰ ਵਿਦਿਆਰਥੀਓ, ਜੇਕਰ ਅੰਕੜੇ ਵਰਗੀਕ੍ਰਿਤ ਹੋਣ, ਜੇ ਸਾਡੇ ਕੋਲ ਗਰੁੱਪਡ ਡਾਟਾ ਹੋਏ, ਜਿਸ ਤਰ੍ਹਾਂ ਅਸੀਂ ਅਰਿਥਮੈਟਿਕ ਮੀਨ ਗਰੁੱਪਡ ਡੇਟਾ ਦਾ ਫਾਈਂਡ ਕਰਨ ਦੇ 3 ਤਰੀਕੇ ਸਿੱਖੇ ਸੀ, ਇਸੇ ਤਰ੍ਹਾਂ ਸਾਡੇ ਕੋਲ ਬੱਚਿਓ ਮੀਡੀਅਨ ਪਤਾ ਕਰਨ ਦਾ ਵੀ ਇੱਕ ਫਾਰਮੂਲਾ ਵਾ। ਜੇ ਸਾਡੇ ਕੋਲ ਗਰੁੱਪਡ ਡੇਟਾ 'ਤੇ ਅਸੀਂ ਗਰੁੱਪ ਡੇਟਾ ਦਾ ਮੀਡੀਅਨ ਨੂੰ ਕਿਸ ਤਰ੍ਹਾਂ ਫਾਈਂਡ ਕਰ ਸਕਦੇ ਹਾਂ, ਉਸ ਲਈ ਬੱਚਿਓ ਸਾਡੇ ਕੋਲ ਇੱਕ ਫਾਰਮੂਲਾ ਆ, ਜਿਸ ਦੀ ਵਰਤੋਂ ਕਰਕੇ ਅਸੀਂ ਸਹਿਜੇ ਹੀ ਮੀਡੀਅਨ ਜਾਂ ਮੱਧਿਕਾ ਫਾਈਂਡ ਕਰ ਸਕਦੇ ਹਾਂ। ਬੱਚਿਓ, ਸਾਡੇ ਕੋਲ ਕੀ ਫਾਰਮੂਲਾ ਹੈ, ਮੱਧਿਕਾ ਬਰਾਬਰ ਹੈ L + ਬਰੈਕਟ ਸਟਾਰਟ n/2 - CF/F ਬਰੈਕਟ ਕਲੋਜ਼ × H। ਹੁਣ ਬੱਚਿਓ, ਮੈਂ ਜਿਹੜੇ ਫਾਰਮੂਲੇ ਦੇ ਵਿੱਚ ਕੁਛ ਸਿੰਬਲ ਲਿਖੇ ਆ, ਇਹਨਾਂ ਦਾ ਕੀ ਮਤਲਬ ਆ? ਜਦੋਂ ਤੁਸੀਂ ਇਹ ਮਤਲਬ ਸਮਝ ਜਾਓਗੇ ਤਾਂ ਫਾਰਮੂਲਾ ਤੁਸੀਂ ਸਹਿਜੇ ਹੀ ਕਿਸੇ ਵੀ ਕੁਐਸਚਨ ਵਿੱਚ ਅਪਲਾਈ ਕਰ ਸਕਦੇ ਜੇ। ਆਓ ਅਸੀਂ ਇਹਨਾਂ ਦਾ 1 ਬਾਏ 1 ਕਰਕੇ ਮਤਲਬ ਸਮਝੀਏ। ਬੇਟਾ, ਸਭ ਤੋਂ ਪਹਿਲਾਂ ਫਾਰਮੂਲਾ ਸਮਝਣ ਦੀ ਜ਼ਰੂਰਤ ਇਹ ਆ ਕਿ ਤੁਹਾਨੂੰ ਇੱਕ ਨਵੀਂ ਲਫ਼ਜ਼ ਦਾ ਪਤਾ ਹੋਏ, ਉਸ ਨੂੰ ਕਹਿੰਦੇ ਆ ਮੀਡੀਅਨ ਕਲਾਸ ਜਾਂ ਮੱਧਿਕਾ ਵਰਗ। ਇਹ ਸਾਰਾ ਫਾਰਮੂਲਾ ਮੀਡੀਅਨ ਕਲਾਸ ਦੇ ਆਲੇ ਦੁਆਲੇ ਘੁੰਮਦਾ ਆ। ਤੁਸੀਂ ਇੱਥੇ ਇੱਕ ਲਫ਼ਜ਼ ਦੇਖ ਰਹੇ ਹੋਵੋਗੇ, ਮੱਧਿਕਾ ਵਰਗ। ਬੱਚਿਓ, ਮੱਧਿਕਾ ਵਰਗ ਜਾਂ ਮੀਡੀਅਨ ਕਲਾਸ, ਇਹ ਸਾਰੇ ਫਾਰਮੂਲੇ ਦੀ ਹੋਂਦ ਇਸ ਮੱਧਿਕਾ ਵਰਗ ਦੇ ਲਫ਼ਜ਼ ਦੇ ਆਲੇ ਦੁਆਲੇ ਹੈ। ਮੈਂ ਤੁਹਾਨੂੰ ਸਭ ਤੋਂ ਪਹਿਲਾਂ ਮੱਧਿਕਾ ਵਰਗ ਦੀ ਗੱਲ ਸਮਝਾਉਂਦਾ ਹਾਂ ਕਿ ਕਿਸ ਇੰਟਰਵਲ ਨੂੰ, ਕਿਸ ਕਲਾਸ ਇੰਟਰਵਲ ਨੂੰ ਅਸੀਂ ਮੀਡੀਅਨ ਇੰਟਰਵਲ ਦਾ ਨਾਂ ਦੇਣਾ ਹੈ। ਆਓ
ਅਸੀਂ ਇੱਕ ਐਗਜ਼ਾਮਪਲ ਕੋਟ ਕਰੀਏ ਤੇ ਮੱਧਿਕਾ ਵਰਗ ਨੂੰ ਸਮਝਣ ਦਾ ਯਤਨ ਕਰੀਏ। ਪਿਆਰੇ ਵਿਦਿਆਰਥੀਓ, ਤੁਹਾਡੇ ਕੋਲ ਇੱਕ ਐਗਜ਼ਾਮਪਲ ਹੈ ਜਿਸ ਵਿੱਚ ਮਹੀਨਾਵਾਰ ਖਪਤ ਅਤੇ ਕੰਜ਼ਿਊਮਰਸ ਦੀ ਗਿਣਤੀ ਨੂੰ ਦਿਖਾਇਆ ਗਿਆ ਹੈ। ਇਸ ਵਿੱਚ ਟੋਟਲ 68 ਕੰਜ਼ਿਊਮਰਸ ਦਾ ਡੇਟਾ ਦਿੱਤਾ ਹੈ ਕਿ ਮਹੀਨਾਵਾਰ ਖਪਤ 68 ਕੰਜ਼ਿਊਮਰ ਕਿਸ ਤਰ੍ਹਾਂ ਕਰਦੇ ਹਨ। ਇਸ ਨੂੰ ਅਸੀਂ ਟੈਬੂਲਰ ਫਾਰਮ ਵਿੱਚ ਲਿਖ ਲੈਂਦੇ ਹਾਂ। ਬੱਚਿਓ, ਇਹ ਕਲਾਸ ਇੰਟਰਵਲ ਵਾਲਾ ਕਾਲਮ ਹੈ ਅਤੇ ਦੂਸਰਾ ਫਰੀਕੁਐਂਸੀ ਵਾਲਾ ਕਾਲਮ ਹੈ। ਇਹ ਬੱਚਿਓ ਤੁਹਾਨੂੰ ਕੁਐਸਚਨ ਵਿੱਚ ਗਿਵਨ ਹੋਏਗਾ। ਮੀਡੀਅਨ ਫਾਈਂਡ ਕਰਨ ਲਈ, ਮੱਧਿਕਾ ਫਾਈਂਡ ਕਰਨ ਲਈ ਅਸੀਂ ਜਸਟ ਇੱਕ ਕਾਲਮ ਹੋਰ ਬਣਾਵਾਂਗੇ। ਉਸ ਨੂੰ ਬੱਚਿਓ ਅਸੀਂ ਸੰਚਵੀ ਬਾਰੰਬਾਰਤਾ ਜਾਂ ਕੁਮੂਲੇਟਿਵ ਫਰੀਕੁਐਂਸੀ ਦਾ ਨਾਂ ਦਿੰਦੇ ਹਾਂ। ਉਹ ਬਣਾਉਣਾ ਬਹੁਤ ਸੌਖਾ ਹੈ। ਕੁਮੂਲੇਟਿਵ ਫਰੀਕੁਐਂਸੀ ਦਾ ਕਾਲਮ ਉਹ ਕਿਸ ਤਰ੍ਹਾਂ ਬੇਟਾ ਬਣਾਉਣਾ ਹੈ, ਜਿਸ ਤਰ੍ਹਾਂ ਪਹਿਲੇ ਕਲਾਸ ਇੰਟਰਵਲ ਦੀ ਫਰੀਕੁਐਂਸੀ 4 ਹੈ ਅਤੇ ਅਸੀਂ ਬੱਚਿਓ 4 ਨੂੰ ਐਜ਼ ਇਟ ਇਜ਼ ਲਿਖ ਲੈਣਾ ਹੈ। ਜੇ ਸਾਡੇ ਕੋਲ ਅਗਲਾ ਫਰੀਕੁਐਂਸੀ 5 ਹੈ ਤਾਂ ਅਸੀਂ ਕੁਮੂਲੇਟਿਵ ਫਰੀਕੁਐਂਸੀ ਦੇ ਅੱਗੇ ਬੱਚਿਓ ਕੀ ਲਿਖਣਾ ਹੈ। ਕੁਮੂਲੇਟਿਵ ਫਰੀਕੁਐਂਸੀ ਦੇ ਅੱਗੇ ਬੱਚਿਓ ਅਸੀਂ 4 ਇਹ ਵਾਲਾ ਅਤੇ ਇਹ 5 ਜੋੜ ਕੇ ਇੱਥੇ ਲਿਖ ਦੇਣਾ ਹੈ। 9 ਆ ਗਿਆ ਬੱਚਿਓ। ਹੁਣ ਅਗਲੀ ਫਰੀਕੁਐਂਸੀ 13 ਹੈ ਤਾਂ ਉਹਦੇ ਕੁਮੂਲੇਟਿਵ ਫਰੀਕੁਐਂਸੀ ਵਾਲੇ ਕਾਲਮ ਵਿੱਚ ਅਸੀਂ ਕੀ ਲਿਖਾਂਗੇ, 9 ਇਹ ਵਾਲਾ ਅਤੇ 13 ਇਹ ਵਾਲਾ ਜੋੜ ਕੇ ਇੱਥੇ ਲਿਖ ਦੇਣਾ ਹੈ 22। ਇਸੇ ਤਰ੍ਹਾਂ ਅਸੀਂ ਇਹ ਸਟੈਪ ਦੁਹਰਾਉਂਦੇ ਜਾਣਾ ਹੈ। 22 ਅਤੇ ਅਗਲੀ ਫਰੀਕੁਐਂਸੀ ਨੂੰ ਜੋੜ ਕੇ ਟੋਟਲ ਕੁਮੂਲੇਟਿਵ ਫਰੀਕੁਐਂਸੀ 42 ਬਣ ਗਈ। ਉਸ ਤੋਂ ਬਾਅਦ 42 ਅਤੇ 14 ਨੂੰ ਜੋੜ ਕੇ 56 ਬਣ ਗਈ। 56 ਅਤੇ 8 ਨੂੰ ਜੋੜ ਕੇ 64 ਬਣ ਗਈ ਅਤੇ 64 ਤੋਂ 4 ਨੂੰ ਜੋੜ ਕੇ 68 ਬਣ ਗਈ। ਸੋ ਬੱਚਿਓ, ਅਸੀਂ ਇਹ ਕਿਰਿਆ ਬਾਰ-ਬਾਰ ਦੁਹਰਾਉਂਦੇ ਜਾਣਾ ਹੈ ਅਤੇ ਕੁਮੂਲੇਟਿਵ ਫਰੀਕੁਐਂਸੀ ਦਾ ਕਾਲਮ ਤਿਆਰ। ਸੋ ਵਿਦਿਆਰਥੀਓ, ਅਸੀਂ ਸੰਚਵੀ ਬਾਰੰਬਾਰਤਾ ਵਾਲਾ ਕਾਲਮ ਬਣਾਉਣਾ ਸਿੱਖ ਲਿਆ ਹੈ। ਹੁਣ ਬੱਚਿਓ ਅਸੀਂ ਐਫ ਭਾਵ ਕਿ ਫਰੀਕੁਐਂਸੀ ਵਾਲੇ ਕਾਲਮ ਨਾਲ ਜੋੜ ਕਰਾਂਗੇ, ਜਿਹੜਾ ਕਿ ਸਾਡੇ ਕੋਲ 68 ਆਇਆ ਹੈ। ਪਿਛਲੇ ਫਾਰਮੂਲਿਆਂ ਦੇ ਵਿੱਚ ਅਸੀਂ ਇਸ ਨੂੰ ਸਿਗਮਾ FI ਦਾ ਨਾਮ ਦਿੰਦੇ ਸੀ। ਅਸੀਂ ਇਸ ਫਾਰਮੂਲੇ ਦੇ ਵਿੱਚ ਇਸ ਨੂੰ N ਨਾਲ ਪ੍ਰਦਰਸ਼ਿਤ ਕਰਾਂਗੇ। ਇੱਥੇ N ਦਾ ਮੁੱਲ 68 ਹੈ। ਬੱਚਿਓ, ਅਗਲਾ ਸਟੈਪ ਤੁਸੀਂ ਕੀ ਕਰਨਾ ਹੈ, N ਨੂੰ ਹਾਫ ਕਰਨਾ ਹੈ, ਭਾਵ ਕਿ N/2 ਦਾ ਮੁੱਲ ਪ੍ਰਾਪਤ ਕਰਨਾ ਹੈ। ਜੇ ਅਸੀਂ 68 ਨੂੰ 2 ਨਾਲ ਭਾਗ ਦੇਵਾਂਗੇ ਤਾਂ ਸਾਡੇ ਕੋਲ 34 ਪ੍ਰਾਪਤ ਹੋਵੇਗਾ। ਮੈਂ ਸਾਰੇ ਵਿਦਿਆਰਥੀਆਂ ਨੂੰ ਦੱਸ ਦੇਵਾਂ ਕਿ ਅਸੀਂ ਇਹ ਸਾਰਾ ਕੰਮ ਬੇਟਾ ਕਲਾਸ ਇੰਟਰਵਲ ਫਾਈਂਡ ਕਰਨ ਲਈ ਕਰ ਰਹੇ ਹਾਂ, ਜਿਸ ਨੂੰ ਕਿ ਅਸੀਂ ਮੀਡੀਅਨ ਕਲਾਸ ਕਹਾਂਗੇ। ਬੱਚਿਓ, ਇੱਕ ਖਾਸ ਕਲਾਸ ਇੰਟਰਵਲ ਅਸੀਂ ਫਾਈਂਡ ਕਰਨਾ ਹੈ ਇਸ ਤਰੀਕੇ ਦੇ ਨਾਲ, ਤਾਂ ਕਿ ਅਸੀਂ ਇੱਕ ਮੀਡੀਅਨ ਕਲਾਸ, ਇੱਕ ਮੱਧਿਕਾ ਵਰਗ ਬਣਾ ਸਕੀਏ ਅਤੇ ਉਹਦੇ ਹਿਸਾਬ ਨਾਲ ਫਾਰਮੂਲੇ ਦੇ ਵਿੱਚ ਵੈਲਿਊਜ਼ ਫਿਲ ਕਰ ਸਕੀਏ। ਬੱਚਿਓ, ਹੁਣ ਅਸੀਂ ਮੀਡੀਅਨ ਕਲਾਸ ਕਿਸ ਤਰ੍ਹਾਂ ਚੂਜ਼ ਕਰਨੀ ਹੈ। N/2 ਦੀ ਵੈਲਿਊ ਤੁਹਾਡੇ ਕੋਲ ਆ ਗਈ ਹੈ 34। ਜਦੋਂ 68 ਨੂੰ 2 ਨਾਲ ਡਿਵਾਈਡ ਕਰਨ ਤੋਂ ਬਾਅਦ 34 ਪ੍ਰਾਪਤ ਹੋਏਗਾ, ਤੁਹਾਡੇ ਮਨ 'ਚ ਇੱਕ ਗੱਲ ਸਟਰਾਈਕ ਕਰੇਗੀ ਕਿ 34 ਤੋਂ ਅਗਲੀ ਵੱਡੀ ਸੰਖਿਆ ਇਸ ਕੁਮੂਲੇਟਿਵ ਫਰੀਕੁਐਂਸੀ ਵਿੱਚ ਕਿਹੜੀ ਹੈ। ਅਤੇ ਮੈਨੂੰ ਆਸ ਹੈ ਕਿ ਬੱਚਿਆਂ ਨੇ ਪਤਾ ਕਰ ਲਿਆ ਹੋਵੇਗਾ ਕਿ 34 ਤੋਂ ਵੱਡੀ ਸੰਖਿਆ ਇਸ ਕੁਮੂਲੇਟਿਵ ਫਰੀਕੁਐਂਸੀ ਵਿੱਚ ਇੱਕ ਹੀ ਹੈ, ਉਹ ਹੈਗੀ ਜੀ 42। 34 ਤੋਂ ਜਸਟ ਅਗਲੀ ਵੱਡੀ ਸੰਖਿਆ, 34 ਤੋਂ ਵੱਡੀਆਂ ਤਾਂ ਕਾਫੀ ਹੈ, ਪਰ 34 ਤੋਂ ਜਸਟ ਅਗਲੀ ਵੱਡੀ ਸੰਖਿਆ ਕਿਹੜੀ ਆ, 34 ਤੋਂ ਜਸਟ ਅਗਲੀ ਵੱਡੀ ਸੰਖਿਆ ਬੱਚਿਓ ਕਿਹੜੀ ਆ, 42। ਬੱਚਿਓ, ਅਸੀਂ ਕੀ ਕਰਾਂਗੇ, ਇਹ 42 ਨੂੰ ਧਿਆਨ ਵਿੱਚ ਰੱਖਦੇ ਹੋਏ 42 ਦੇ ਸਾਹਮਣੇ ਵਾਲੀ ਕਲਾਸ, 42 ਦੇ ਸਾਹਮਣੇ ਵਾਲੀ ਮੀਡੀਅਨ ਕਲਾਸ ਬੇਟਾ ਕਿਹੜੀ ਪੈਂਦੀ ਹੈ, ਧਿਆਨ ਨਾਲ ਦੇਖੋ, 125 ਤੋਂ 145, ਜਿਹੜੀ ਬਿਲਕੁਲ 42 ਦੇ ਓਪੋਜ਼ਿਟ ਆ। 42 ਨੂੰ ਸਾਹਮਣੇ ਕਿਹੜੀ ਮੀਡੀਅਨ ਕਲਾਸ ਇੰਟਰਵਲ ਪੈਂਦਾ ਆ, 125 ਤੋਂ 145। ਇਹੀ ਬੱਚਿਓ ਸਾਡੀ ਮੀਡੀਅਨ ਕਲਾਸ ਹੋਵੇਗੀ। ਸਾਰਾ ਸਵਾਲ ਦਾ ਦਾਰੋਮਦਾਰ ਇਸ ਮੀਡੀਅਨ ਕਲਾਸ ਦੇ ਆਲੇ ਦੁਆਲੇ ਸੀ। ਸੋ ਜੇ ਆਪਾਂ ਮੀਡੀਅਨ ਕਲਾਸ ਨੂੰ ਲੱਭਣਾ ਸਿੱਖ ਲਿਆ ਵਾ ਅਤੇ ਸਾਡੇ ਲਈ ਸਵਾਲ ਹੱਲ ਕਰਨਾ ਕੋਈ ਔਖਾ ਨਹੀਂ ਰਹਿ ਗਿਆ। ਆਓ ਹੁਣ ਅਸੀਂ ਇਸ ਮੀਡੀਅਨ ਕਲਾਸ ਨੂੰ ਸੈਂਟਰ ਮੰਨਦੇ ਹੋਏ ਬਾਕੀ ਫਾਰਮੂਲੇ ਦੀਆਂ ਵੈਲਿਊਜ਼ ਫਾਈਂਡ ਕਰਨ ਦੀ ਕੋਸ਼ਿਸ਼ ਕਰੀਏ। ਆਓ ਹੁਣ ਮੈਂ ਤੁਹਾਨੂੰ ਫਾਰਮੂਲੇ ਵੱਲ ਲੈ ਕੇ ਜਾਂਦਾ ਹਾਂ। ਬੱਚਿਓ, ਇਸ ਫਾਰਮੂਲੇ ਦੇ ਵਿੱਚ ਮੈਂ ਤੁਹਾਨੂੰ ਮੀਡੀਅਨ ਕਲਾਸ ਭਾਵ ਕਿ ਮੱਧਿਕਾ ਵਰਗ ਫਾਈਂਡ ਕਰਨ ਦੀ ਜਾਂਚ ਦੱਸ ਦਿੱਤੀ ਹੈ। ਹੁਣ ਬਾਕੀ ਫਾਰਮੂਲੇ ਵਿੱਚ ਜਿੰਨੀਆਂ ਵੀ ਨੋਟੇਸ਼ਨਸ ਲਿਖੀਆਂ ਹਨ, ਸਭ ਤੋਂ ਪਹਿਲਾਂ ਮੈਂ L ਦੀ ਗੱਲ ਕਰਾਂਗਾ। ਬੱਚਿਓ, L ਕੀ ਹੋਏਗਾ, L ਮੱਧਿਕਾ ਵਰਗ ਦੀ ਹੇਠਲੀ ਸੀਮਾ ਹੋਵੇਗੀ। L ਮੱਧਿਕਾ ਵਰਗ ਦੀ ਹੇਠਲੀ ਸੀਮਾ।
ਬੱਚਿਓ ਮੱਧਿਕਾ ਵਰਗ ਤੁਹਾਡੇ ਕੋਲ ਕੀ ਸੀ? ਸਾਡੇ ਕੋਲ ਮੱਧਿਕਾ ਵਰਗ ਸੀ 125 ਤੋਂ 145। ਇਸ ਦੀ ਹੇਠਲੀ ਸੀਮਾ 125 ਹੋਵੇਗੀ। ਇਸ ਕਰਕੇ L ਦੀ ਵੈਲਿਊ ਬੱਚਿਓ ਸਾਡੇ ਕੋਲ ਕੀ ਆ ਜਾਏਗੀ? 125। ਸੋ ਹੁਣ ਅਸੀਂ ਨੈਕਸਟ ਫਾਰਮੂਲੇ ਦੀ ਅਗਲੀ ਟਰਮ ਵੱਲ ਜਾਂਦੇ ਹਾਂ। ਉਹ ਬੱਚਿਓ ਸਾਡੇ ਕੋਲ ਹੈਗਾ n/2 ਅਤੇ ਸਾਨੂੰ ਆਲਰੇਡੀ ਪਤਾ ਆ ਕਿ n/2 ਦੀ ਵੈਲਿਊ ਅਸੀਂ ਫਾਈਂਡ ਕਰ ਚੁੱਕੇ ਹਾਂ 68/2 34। ਉਸ ਤੋਂ ਅੱਗੇ ਬੱਚਿਓ ਸਾਡੇ ਕੋਲ ਇੱਕ ਲਫ਼ਜ਼ ਹੈ ਲਿਖਿਆ ਜੀ CF ਬੇਟਾ ਕੁਮੂਲੇਟਿਵ ਫਰੀਕੁਐਂਸੀ ਵਾਲਾ ਬੱਚਿਓ ਜਿਹੜਾ ਕਾਲਮ ਹੈ ਉਹਦੇ ਵਿੱਚੋਂ ਅਸੀਂ CF ਦੀ ਵੈਲਿਊ ਫਾਈਂਡ ਕਰਾਂਗੇ। ਬੱਚਿਓ CF ਕੀ ਹੈ? CF ਮੱਧਿਕਾ ਵਰਗ ਤੋਂ ਜਸਟ ਪਿਛਲੀ ਕੁਮੂਲੇਟਿਵ ਫਰੀਕੁਐਂਸੀ ਦੀ ਵੈਲਿਊ। ਬੱਚਿਓ ਮੱਧਿਕਾ ਵਰਗ ਸਾਡੇ ਕੋਲ ਸੀ 125 ਤੋਂ 145। ਇਸ ਦੇ ਜਸਟ ਓਪੋਜ਼ਿਟ ਬੱਚਿਓ, ਇਸ ਦੇ ਜਸਟ ਓਪੋਜ਼ਿਟ ਜਿਹੜੀ ਕੁਮੂਲੇਟਿਵ ਫਰੀਕੁਐਂਸੀ ਹੈਗੀ ਆ ਉਹ ਬੱਚਿਓ ਕਿੰਨੀ ਆ? ਉਹ ਬੱਚਿਓ ਹੈਗੀ ਆ 42। ਕੁਮੂਲੇਟਿਵ ਫਰੀਕੁਐਂਸੀ ਬੱਚਿਓ ਕਿੰਨੀ? ਇਸ ਦੇ ਜਸਟ ਓਪੋਜ਼ਿਟ ਦੈਟ ਇਜ਼ 42। 42 ਤੋਂ ਪਿਛਲੇ ਵਾਲਾ ਕੁਮੂਲੇਟਿਵ ਫਰੀਕੁਐਂਸੀ ਬੱਚੇ ਉਹ ਸਾਡੇ ਕੋਲ ਹੈਗੀ ਆ 22। ਇਹ ਸਾਡਾ ਕੁਮੂਲੇਟਿਵ ਫਰੀਕੁਐਂਸੀ ਦੀ ਵੈਲਿਊ ਹੋਵੇਗੀ। ਸੋ ਮੈਨੂੰ ਆਸ ਆ ਕਿ ਬੱਚਿਆਂ ਨੂੰ L n/2 ਅਤੇ ਕੁਮੂਲੇਟਿਵ ਫਰੀਕੁਐਂਸੀ ਫਾਈਂਡ ਕਰਨਾ ਬਿਲਕੁਲ ਆ ਚੁੱਕਾ ਆ। ਆਓ ਵਿਦਿਆਰਥੀਓ ਅਸੀਂ ਫਾਰਮੂਲੇ ਦੀਆਂ ਅਗਲੀ ਟਰਮਜ਼ ਨੂੰ ਸਿੱਖਣ ਦਾ ਯਤਨ ਕਰੀਏ। ਉਸ ਤੋਂ ਅੱਗੇ ਬੱਚਿਓ ਹੈਗਾ ਸਾਡੇ ਕੋਲ F, ਅਤੇ F ਅਸੀਂ ਆਲਰੇਡੀ ਜਾਣਦੇ ਹਾਂ। ਬੱਚਿਓ F ਕੀ ਹੁੰਦਾ ਆ? ਮੱਧਿਕਾ ਵਰਗ ਦੀ ਬਾਰੰਬਾਰਤਾ। ਜਿਹੜੀ ਸਾਡੇ ਕੋਲ ਬੱਚਿਓ ਮੱਧਿਕਾ ਵਰਗ ਬਣਿਆ ਸੀ ਉਸ ਦੀ ਬਾਰੰਬਾਰਤਾ ਕਿੰਨੀ ਆ? ਉਸ ਦੀ ਬਾਰੰਬਾਰਤਾ ਹੈਗੀ ਆ 20। ਮੱਧਿਕਾ ਵਰਗ ਸਾਡੇ ਕੋਲ 125 ਤੋਂ 145 ਸੀ, ਉਹਦੀ ਬਾਰੰਬਾਰਤਾ ਉਹਦੀ ਫਰੀਕੁਐਂਸੀ 20 ਆ। F ਦੀ ਜਗ੍ਹਾ 'ਤੇ ਅਸੀਂ 20 ਫਿਲ ਕਰਾਂਗੇ। ਅਤੇ ਇੱਕ ਲਾਸਟ ਸਾਡੇ ਕੋਲ ਬੱਚਿਓ ਗੱਲ ਰਹਿ ਗਈ ਆ, ਉਹ ਹੈਗੀ ਬੱਚਿਓ H। ਅਤੇ ਮੈਨੂੰ ਆਸ ਆ ਕਿ ਤੁਸੀਂ ਅਰਿਥਮੈਟਿਕ ਮੀਨ ਦੌਰਾਨ H ਦਾ ਮਤਲਬ ਸਮਝ ਗਏ ਹੋਵੋਗੇ। H ਬੱਚਿਓ ਸਾਡੇ ਕੋਲ ਵਰਗ ਮਾਪ ਆ। ਵਰਗ ਮਾਪ ਭਾਵ ਕਿ ਜਿਹੜੇ ਕਲਾਸ ਇੰਟਰਵਲ ਆ ਉਹਦਾ ਕੀ ਸਾਈਜ਼ ਆ। ਇੱਥੇ 65 ਤੋਂ 85 ਜਾਂ 85 ਤੋਂ 105, ਜੇ ਤੁਸੀਂ ਪਹਿਲੀ ਕਲਾਸ ਇੰਟਰਵਲ ਹੀ ਲੈ ਲਓ 65 ਤੋਂ 85, ਅਤੇ 85 ਵਿੱਚੋਂ 65 ਮਾਈਨਸ ਕਰੋ ਤੁਹਾਡੇ ਕੋਲ ਵੈਲਿਊ ਬੱਚੀ ਆਏਗੀ 20। ਸੋ ਇੱਥੇ ਸਾਡੇ ਕੋਲ H ਦਾ ਮੁੱਲ ਹੋ ਗਿਆ 20। ਮੈਂ ਸਾਰੇ ਵਿਦਿਆਰਥੀਆਂ ਨੂੰ ਇਸ ਫਾਰਮੂਲੇ ਦੀਆਂ ਸਾਰੀਆਂ ਟਰਮਜ਼ ਨੂੰ ਭਲੀ ਭਾਂਤੀ ਜਾਣੂ ਕਰਾ ਦਿੱਤਾ ਹੈ। ਮੈਨੂੰ ਆਸ ਹੈ ਕਿ ਸਾਰੇ ਵਿਦਿਆਰਥੀਆਂ ਨੂੰ ਫਾਰਮੂਲਾ ਸਮਝ ਲੱਗ ਚੁੱਕਾ ਹੋਵੇਗਾ। ਆਓ ਅਸੀਂ ਹੁਣ ਇਹ ਫਾਰਮੂਲੇ ਦੇ ਵਿੱਚ ਆਪਣੇ ਸਵਾਲ ਅਕੋਰਡਿੰਗ ਵੈਲਿਊਜ਼ ਫਿਲ ਕਰੀਏ ਅਤੇ ਗਿਵਨ ਡੇਟਾ ਦਾ ਮੱਧਿਕਾ ਭਾਵ ਕਿ ਮੀਡੀਅਨ ਪਤਾ ਕਰਨ ਦੀ ਕੋਸ਼ਿਸ਼ ਕਰੀਏ। ਚਲੋ ਵਿਦਿਆਰਥੀਓ ਅਸੀਂ ਹੁਣ ਸਵਾਲ ਹੱਲ ਕਰਦੇ ਹਾਂ। ਬੱਚਿਓ ਸਾਡੇ ਕੋਲ ਜਿਹੜਾ ਡੇਟਾ ਦਿੱਤਾ ਹੈ ਇਹਨੂੰ ਤੁਸੀਂ ਭਲੀ ਭਾਂਤੀ ਸਮਝ ਗਏ ਹੋ। ਇਸ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ F ਦਾ ਟੋਟਲ ਕਰਕੇ ਉਹਨੂੰ N ਦਾ ਨਾਂ ਦੇਵਾਂਗੇ। ਉਸ ਤੋਂ ਬਾਅਦ ਬੱਚਿਓ ਅਸੀਂ ਇੱਕ ਸੰਚੀਵੀ ਬਾਰੰਬਾਰਤਾ ਇਸ ਤਰ੍ਹਾਂ ਸਮਝਾਇਆ ਬਣਾ ਲਵਾਂਗੇ। ਉਸ ਤੋਂ ਬਾਅਦ ਅਸੀਂ ਸਭ ਤੋਂ ਪਹਿਲਾ ਸਟੈਪ ਕੀ ਕਰਨਾ ਹੈ? ਸਭ ਤੋਂ ਪਹਿਲਾ ਸਟੈਪ ਹੈ ਬੱਚਿਓ N ਦਾ ਹਾਫ ਕਰਨਾ। 68 ਦਾ ਹਾਫ ਕਰਕੇ ਸਾਡੇ ਕੋਲ 34 ਆਇਆ। 34 ਤੋਂ ਜਸਟ ਅਗਲੀ ਵੱਡੀ ਵੈਲਿਊ ਕੁਮੂਲੇਟਿਵ ਫਰੀਕੁਐਂਸੀ ਵਾਲੇ ਕਾਲਮ ਵਿੱਚ ਵੇਖਣੀ ਹੈ, ਸੰਚਵੀ ਬਾਰੰਬਾਰਤਾ ਵਾਲੇ ਕਾਲਮ ਵਿੱਚ ਵੇਖਣੀ ਹੈ, ਜਿਹੜੀ ਕਿ ਅਸੀਂ 42 ਪ੍ਰਾਪਤ ਕੀਤੀ ਸੀ। ਅਤੇ 42 ਦੇ ਜਸਟ ਜਿਹੜਾ ਬੱਚਿਓ ਓਪੋਜ਼ਿਟ ਵੈਲਿਊ ਹੈ ਜੋ ਕਿ ਅਸੀਂ ਕਲਾਸ ਇੰਟਰਵਲ ਦੇ ਰੂਪ ਵਿੱਚ ਵੇਖੀ ਸੀ 125 ਤੋਂ 145, ਉਹ ਲੈ ਲੈਣੀ ਹੈ, ਉਹਨੂੰ ਅੰਡਰ ਕੰਸੀਡਰੇਸ਼ਨ ਰੱਖ ਲੈਣਾ ਹੈ। ਉਸ ਦੇ ਸਾਹਮਣੇ ਵੈਲਿਊ ਜਿਹੜੀ 20 ਹੈ ਉਹ F ਦੀ ਵੈਲਿਊ ਹੋਏਗੀ। ਇਹ ਸਾਰੀਆਂ ਵੈਲਿਊਜ਼ ਨੂੰ ਜਦੋਂ ਅਸੀਂ ਫਾਰਮੂਲੇ ਦੇ ਵਿੱਚ ਪੁੱਟ ਕਰਾਂਗੇ ਅਤੇ ਅਸੀਂ ਸਹਿਜੇ ਹੀ ਇਸ ਡੇਟਾ ਦਾ ਮੀਡੀਅਨ ਪ੍ਰਾਪਤ ਕਰ ਲਵਾਂਗੇ। ਆਓ ਫਿਲ ਕਰਨ ਦੀ ਕੋਸ਼ਿਸ਼ ਕਰੀਏ। ਜਿਸ ਤਰ੍ਹਾਂ ਕਿ ਬੱਚਿਓ ਅਸੀਂ ਉੱਪਰ ਵਾਲੇ ਡੇਟਾ ਤੋਂ ਸਾਰੀਆਂ ਵੈਲਿਊਜ਼ ਪ੍ਰਾਪਤ ਕਰ ਲਈਆਂ ਹਨ। ਸਾਡੇ ਕੋਲ ਹੈ L ਦੀ ਵੈਲਿਊ 125, N ਦੀ ਵੈਲਿਊ 68, CF ਦੀ ਵੈਲਿਊ 20, F ਦੀ ਵੈਲਿਊ 22, H ਦੀ ਵੈਲਿਊ 20। ਇਹ ਸਾਰੀਆਂ ਵੈਲਿਊਜ਼ ਜਦੋਂ ਮੈਂ ਇਸ ਮੱਧਿਕਾ ਵਾਲੇ ਫਾਰਮੂਲੇ ਵਿੱਚ ਫਿਲ ਕਰਾਂਗਾ ਸਾਡੇ ਕੋਲ 1 ਬਾਏ 1 ਸਾਰੀਆਂ ਵੈਲਿਊਜ਼ ਫਿਲ ਹੋਣ ਤੋਂ ਬਾਅਦ ਟੋਟਲ ਕੈਲਕੂਲੇਸ਼ਨ ਕਰਨ ਤੋਂ ਬਾਅਦ ਬੱਚਿਓ ਅਸੀਂ ਮੱਧਿਕਾ ਪ੍ਰਾਪਤ ਕਰ ਲਵਾਂਗੇ 137। ਸੋ ਬੱਚਿਓ ਇਹ ਸਾਡਾ ਮੱਧਿਕਾ ਦਾ ਫਾਰਮੂਲਾ ਸੀ। ਇਸ ਨੂੰ ਅਸੀਂ ਸਹਿਜੇ ਹੀ ਸਮਝ ਕੇ ਇਹਦੀਆਂ ਸਾਰੀਆਂ ਨੋਟੇਸ਼ਨਸ ਦਾ ਮਤਲਬ ਸਮਝ ਕੇ ਅਸੀਂ ਫਾਰਮੂਲੇ ਵਿੱਚ ਅਪਲਾਈ ਕਰ ਸਕਦੇ ਹਾਂ ਅਤੇ ਬੜੇ ਈਜ਼ੀਲੀ ਕਿਸੇ ਵੀ ਗਰੁੱਪਡ ਡੇਟਾ ਦੀ ਮੱਧਿਕਾ ਫਾਈਂਡ ਕਰ ਸਕਦੇ ਹਾਂ, ਗਰੁੱਪਡ ਡੇਟਾ ਦਾ ਮੀਡੀਅਨ ਫਾਈਂਡ ਕਰ ਸਕਦੇ ਹਾਂ। ਸੋ ਮੈਨੂੰ ਆਸ ਹੈ ਕਿ ਵਿਦਿਆਰਥੀਆਂ ਨੇ ਇਸ ਵੀਡੀਓ ਨੂੰ, ਇਸ ਲੈਕਚਰ ਨੂੰ ਬੜੇ ਧਿਆਨ ਨਾਲ ਸੁਣਿਆ ਹੋਵੇਗਾ ਅਤੇ ਉਹਨਾਂ ਦੀਆਂ ਸਾਰੀਆਂ ਜਿਹੜੀਆਂ ਸ਼ੰਕਾਵਾਂ ਮੀਡੀਅਨ ਪ੍ਰਤੀ
ਗਰੁੱਪ ਡਾਟਾ ਦਾ ਕਿਸ ਤਰ੍ਹਾਂ ਮੀਡੀਅਨ ਫਾਈਂਡ ਕਰਨਾ ਵਾ ਉਹ ਸੋ ਵਿਦਿਆਰਥੀਓ, ਤੁਸੀਂ ਆਪਣੀ ਟੈਕਸਟ ਬੁੱਕ ਦੇ ਵਿੱਚੋਂ ਜਿੰਨੇ ਵੀ ਤੁਹਾਡੀਆਂ ਮੀਡੀਅਨ ਨਾਲ ਸੰਬੰਧਿਤ ਪ੍ਰੋਬਲਮਸ ਆ ਉਹ ਹੱਲ ਕਰੋ ਅਤੇ ਇਸ ਦੀ ਰਿਵੀਜ਼ਨ ਕਰੋ। ਥੈਂਕ ਯੂ ਵੈਰੀ ਮੱਚ। ਵੈਰੀ ਗੁੱਡ ਬੇਟਾ।